ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਗੁਰਮੁਖ ਪਿਆਰਿਓ। ਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸਾਰੇ ਗੁਰਮੁਖ ਗੁਰੂ ਸਾਹਿਬਾਨ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਜੀਵਾਂ ਦੇ ਬਹੁਤ ਹੀ ਵੱਡੇ ਭਾਗ ਇੱਕ ਪਰਿਵਾਰ, ਇੱਕ ਸੰਗਤ ਰੂਪ ਵਿੱਚ ਬਿਠਾ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਇੱਕ ਵਾਰ ਫਿਰ ਸੁਭਾਗਾ ਸਮਾਂ ਬਖਸ਼ਿਆ ਆਪਣੇ ਸਵਾਸਾਂ ਰੂਪੀ ਪੂੰਜੀ ਨੂੰ ਸਫਲਾ ਕਰਨ ਲਈ। ਗੁਰਬਾਣੀ ਗੁਰੂ ਦਾ ਫੁਰਮਾਨ ਹੈ, ਗੁਰਮੁਖ ਪਿਆਰਿਓ, ਹੋਈ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਇਨ ਬਿਦ ਪਾਸਾ ਢਾਲੋ ਬੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਹਿ ਲਾਗੈ ਪੀਰ। ਹੁਣ ਆਪਾਂ ਅੰਤ ਵੇਲਾ ਆਪਣਾ ਸਵਾਰਨਾ ਚਾਹੁੰਦੇ ਹਾਂ ਕਿ ਅੰਤ ਸਮੇਂ ਸਾਨੂੰ ਜੰਮ ਨਾ ਲੈਣ ਆਣ, ਸਾਨੂੰ ਮਾਲਕ ਲੈਣ ਵਾਸਤੇ ਆਣ। ਉਹਦੇ ਵਾਸਤੇ ਫਿਰ ਆਪਣੇ ਪਿਤਾ ਦੇ ਹੁਕਮ ਵਿੱਚ ਆਉਣਾ ਪਏਗਾ ਤੇ ਪਹਿਲਾ ਹੁਕਮ ਦਾ ਪਤਾ ਲੱਗੇ ਗੁਰਮੁਖ ਪਿਆਰਿਓ, ਤਾਂ ਹੀ ਆਪਾਂ ਹੁਕਮ ਦਾ ਪਾਲਣ ਕਰਾਂਗੇ। ਸਾਡੇ ਪਿਤਾ ਸਾਨੂੰ ਕੀ ਹੁਕਮ ਕਰਦੇ ਹੈ ਤੇ ਕਿਹੜੀ ਸੰਗਤ ਵਿੱਚ ਬੈਠ ਕੇ ਸਾਨੂੰ ਹੁਕਮ ਬਾਰੇ ਪਤਾ ਲੱਗੇਗਾ, ਭੇਦ ਆਏਗਾ। ਇਹ ਵੀ ਗੁਰਬਾਣੀ ਗੁਰੂ ਕਲੀਅਰ ਕਰ ਰਹੇ ਨੇ। ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਾਨੂੰ ਸਾਰੇ ਮਨ ਬੱਚਿਆਂ ਨੂੰ ਇੱਕੋ ਇੱਕ ਹੁਕਮ ਲਗਾ ਕੇ ਭੇਜਿਆ ਮਾਲਕ ਨੇ ਕਿ ਤੁਸੀਂ ਸ਼ਬਦ ਦੀ ਕਮਾਈ ਕਰਨੀ ਹੈ, ਨਾਮ ਦੀ ਕਮਾਈ ਕਰਨੀ ਹੈ। ਨਾਮ ਦੀ ਕਮਾਈ ਕਿਵੇਂ ਹੋਏਗੀ? ਜਦੋਂ ਆਪਾਂ ਸਿਮਰਨ ਕਰਾਂਗੇ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਸਾਡਾ ਮਨ ਕਾਲ ਦੇ ਏਰੀਏ ਤੋਂ ਉੱਪਰ ਉੱਠਣਾ ਸਿੱਖ ਜਾਏਗਾ। ਜਦੋਂ ਆਪਾਂ ਮਨ ਨੂੰ ਸ਼ਬਦ ਦੁਆਰਾ ਮਾਰਨਾ ਸਿੱਖ ਲਿਆ ਤੇ ਮਨ ਨੂੰ ਮੈਲ ਵੀ ਇਸੇ ਤਰੀਕੇ ਹੀ ਧੋਤੀ ਜਾ ਸਕਦੀ ਹੈ। ਜੋ ਮਨ ਨੂੰ ਮੈਲ ਲੱਗੀ ਹੋਈ ਹੈ ਜਨਮਾਂ ਜਨਮਾਂ ਦੀ, ਤੇ ਸਾਨੂੰ ਦਿਸਦੀ ਨਹੀਂ ਹੈ ਮੈਲ, ਗੁਰਮੁਖ ਪਿਆਰਿਓ, ਕਿਉਂਕਿ ਇਹ ਸਾਰਾ ਖੇਡ ਜੋ ਹੈ ਮਨ ਦਾ, ਇਹ ਸੂਖਮ ਦਾ ਖੇਡ ਹੈ। ਸੂਖਮ ਵਿਚਾਰ ਹਨ ਸਾਡੇ, ਵਿਚਾਰ ਹੀ ਸਾਨੂੰ ਅੱਗੋਂ ਅਗਲੇ ਜਨਮਾਂ ਵਿੱਚ ਲੈ ਕੇ ਜਾਂਦੇ ਨੇ। ਉਹਦੇ ਵਾਸਤੇ ਆਪਾਂ ਸਾਰੇ ਬੱਚਿਆਂ ਨੇ ਮਨ ਦੀ ਮੈਲ ਨੂੰ ਪਹਿਲਾਂ ਦੇਖਣਾ, ਮੈਲ ਬਾਰੇ ਸਾਨੂੰ ਪਤਾ ਲੱਗੇ। ਮੈਲ ਕਿਵੇਂ ਚੜ੍ਹਦੀ ਹੈ? ਜਦੋਂ ਆਪਾਂ ਫ੍ਰੀ ਵੀ ਬੈਠੇ ਹੁੰਦੇ ਆ, ਕੰਮ ਕਾਰ ਨਹੀਂ ਵੀ ਕਰ ਰਹੇ ਹੁੰਦੇ, ਉਦੋਂ ਸਾਡਾ ਮਨ ਵੀ ਨਹੀਂ ਚੁੱਪ ਕਰਦਾ। ਸਰੀਰ ਨੂੰ ਤਾਂ ਆਪਾਂ ਸਾਇਲੈਂਟ ਕਰ ਲੈਂਦੇ ਹਾਂ, ਗੁਰਮੁਖ ਪਿਆਰਿਓ, ਇਕਾਗਰ ਕਰ ਲੈਂਦੇ ਹਾਂ, ਪਰ ਮਨ ਨਹੀਂ ਇਕਾਗਰ ਹੁੰਦਾ ਕਈ ਵਾਰ ਆਪਣਾ। ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ, ਜਿਸ ਦੇ ਨਾਲ ਮਨ ਦਾ ਇਸ਼ਨਾਨ ਹੋਏਗਾ। ਤੇ ਇਕੱਲਾ ਇਸ਼ਨਾਨ ਕਿਵੇਂ ਹੋ ਸਕਦਾ ਗੁਰਮੁਖ ਪਿਆਰਿਓ? ਉਹਦਾ ਬਹੁਤ ਡੂੰਘਾਈ ਹੈ, ਬਹੁਤ ਸੂਖਮ ਖੇਡ ਹੈ ਮਾਲਕ ਦਾ। ਜਦੋਂ ਮਨ ਨਾਮ ਨੂੰ ਪਕੜ ਰਿਹਾ ਹੁੰਦਾ, ਅੰਦਰੋਂ ਸੁਣ ਰਿਹਾ ਹੁੰਦਾ ਨਾ, ਉਦੋਂ ਮਨ ਦਾ ਇਸ਼ਨਾਨ ਹੋ ਰਿਹਾ ਹੁੰਦਾ। ਸਿਮਰਨ ਕਰਦਿਆਂ ਵੀ ਕਈ ਵਾਰ ਸਾਡੇ ਮਨ ਦੇ ਫੁਰਨੇ ਚੱਲ ਰਹੇ ਹੁੰਦੇ ਨੇ। ਵਾਹਿਗੁਰੂ ਗੁਰਮੰਤਰ ਸ਼ਬਦ ਦਾ ਅਭਿਆਸ ਸਿਰਫ ਆਪਾਂ ਆਪਣੇ ਮਨ ਨੂੰ ਇਕਾਗਰ ਕਰਨ ਲਈ ਕਾਲ ਦੇ ਏਰੀਏ ਤੋਂ ਉੱਪਰ ਉਠਾਉਣ ਵਾਸਤੇ ਕਰਦੇ ਹਾਂ। ਵਾਹਿਗੁਰੂ ਸ਼ਬਦ ਦਾ ਜੋ ਅਭਿਆਸ ਕਰਦੇ ਹਾਂ, ਔਰ ਉਸ ਤੋਂ ਅੱਗੋਂ ਕੀ ਕਰਨਾ ਹੈ? ਜਪਣ ਤੋਂ ਅੱਗੋਂ ਜਾ ਕੇ ਨਾਮ ਨੂੰ ਜਦੋਂ ਸੁਣੇਗਾ ਮਨ, ਉਦੋਂ ਮਨ ਦੀ ਭਗਤੀ ਸ਼ੁਰੂ ਹੁੰਦੀ ਹੈ। ਉਦੋਂ ਤੱਕ ਆਪਾਂ ਇਹੀ ਉਦਮ ਕਰੀ ਜਾਣਾ ਹੁੰਦਾ, ਵਾਹਿਗੁਰੂ ਗੁਰਮੰਤਰ ਸ਼ਬਦ ਦੁਆਰਾ ਮਨ ਤੇ ਲੱਗੀ ਹੋਈ ਵਿਚਾਰਾਂ, ਹਉਮੈ, ਦੁਬਿਧਾ ਦੀ ਮੈਲ ਜੋ ਹੈ ਉਹਨੂੰ ਕੱਟਣਾ। ਆਪਾਂ ਉਹਨੂੰ ਕੱਟਣ ਵਾਸਤੇ ਹੀ ਸਭ ਤੋਂ ਪਹਿਲੀ ਸਟੇਜ ਆਪਾਂ ਪਾਰ ਕਰਨੀ ਹੁੰਦੀ ਹੈ। ਕਈ ਗੁਰਮੁਖ ਬੜੇ ਸਾਲਾਂ ਤੋਂ ਲੱਗੇ ਹੋਏ ਨੇ ਗੁਰਮੁਖ ਪਿਆਰਿਓ, ਪਰ ਵਿਚਾਰਾਂ ਨੂੰ ਰੋਕਣਾ ਨਹੀਂ ਆਇਆ। ਆਪਾਂ ਵਿਚਾਰਾਂ ਨੂੰ ਹੀ ਪਹਿਲਾਂ ਸਭ ਤੋਂ ਪਹਿਲੇ ਨੰਬਰ ਤੇ ਮਾਰਨਾ ਸਿੱਖਣਾ, ਕਿਉਂਕਿ ਗੁਰਬਾਣੀ ਗੁਰੂ ਦਾ ਕਥਨ ਹੈ
विचार मारै तरह तारै उल्ट जोन ना आवे। ते आपां गुरबाणी गुरु दे मुताबिक मेहनत करनी ना सारे बच्चों ने। जे तुसी कहंदे दोबारा जूना विच नहीं आना चाहते, मालक नाल साडा मिलाप हो जाए, साडा मन समा जावे मालक दे विच, ते फिर कहंदे तुहानू सिमरन दा करना ही पैना है, विचारां नू रोकना ही पैना है। ते आपां हुण ओही करन वास्ते सारे बच्चे बैठे आ। सिमरन करन दा सही तरीका की है, ढंग की है, जुक्ति की है, वो सिख रहे हैं आपां। कोई भी काम है गुरमुख प्यारिओ, दृष्टमान काम भी आपां कोई करना होवे, ते जदों तक साडा तरीका सही नहीं होएगा, ढंग नहीं होएगा, ਅਸੀਂ ਕਦੇ ਵੀ ਕਿਸੇ ਕੰਮ ਨੂੰ ਸਹੀ ਤਰੀਕੇ ਨਹੀਂ ਕਰ ਪਾਵਾਂਗੇ, ਪੂਰਾ ਨਹੀਂ ਸਿਰੇ ਚੜਾ ਪਾਵਾਂਗੇ ਨਾ, ਕਿਉਂਕਿ ਸਾਨੂੰ ਮੈਲ ਲੱਗੀ ਹੋਈ ਹੈ ਮਨ ਨੂੰ। ਤੇ ਹੁਣ ਆਪਾਂ ਮਨ ਦੀ ਮੈਲ ਧੋਣ ਵਾਸਤੇ ਸਾਰੇ ਬੱਚੇ ਇਕੱਤਰ ਹੋਏ ਆ। ਬੜੇ ਪਿਆਰ ਨਾਲ ਗੁਰਮੁਖ ਪਿਆਰਿਓ ਵਾਹਿਗੁਰੂ ਗੁਰਮੰਤਰ ਸ਼ਬਦ ਦਾ ਅਭਿਆਸ ਕਰਕੇ ਆਪਣੇ ਮਨ ਨੂੰ ਆਪਾਂ ਸ਼ੁੱਧ ਕਰਨਾ ਹੈ, ਮਨ ਨੂੰ ਨਿਰਮਲ ਕਰਨਾ ਹੈ। ਉਹਦੇ ਵਾਸਤੇ ਇੱਕੋ ਇੱਕ ਜ਼ਰੀਆ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਹਉਮੈ ਹੰਕਾਰ ਦੀ ਮੈਲ ਜੋ ਲੱਗੀ ਮਨ ਨੂੰ, ਉਹਨੂੰ ਧੋਣਾ ਆ। ਬੜੇ ਪਿਆਰ ਨਾਲ ਸਭ ਤੋਂ ਪਹਿਲੇ ਨੰਬਰ ਤੇ ਸ਼ੁਭ ਦ੍ਰਿਸ਼ਟੀ ਬਣਾਣੀ ਹੈ। ਅੱਖਾਂ ਨੂੰ ਕਲੋਜ਼ ਕੀਤਾ ਉੱਪਰੋਂ ਨੀਚਿਓਂ, ਔਰ ਸਾਹਮਣੇ ਖਾਲੀ ਖਲਾ ਦੇ ਵਿੱਚ ਕੁਝ ਸਕਿੰਟਾਂ ਲਈ ਦੇਖਿਆ। ਇੱਥੇ ਕੀ ਮਹਿਸੂਸ ਹੁੰਦਾ ਹੈ ਗੁਰਮੁਖ ਪਿਆਰਿਓ, ਇਹ ਆਪਾਂ ਪ੍ਰੈਕਟੀਕਲ ਕਰਕੇ ਦੇਖਣਾ ਨਾਲ ਨਾਲ। ਜਦੋਂ ਪੂਰੀਆਂ ਅੱਖਾਂ ਖੁੱਲੀਆਂ ਨੇ ਉਦੋਂ ਸਾਨੂੰ ਸਾਹਮਣੇ ਕੁਝ ਵੀ ਮਹਿਸੂਸ ਨਹੀਂ ਹੁੰਦਾ, ਤੇ ਜਦੋਂ ਆਪਾਂ ਅੱਖਾਂ ਨੂੰ ਕਲੋਜ਼ ਕਰਦੇ ਆਂ, ਘੱਟ ਕਰਦੇ ਆਂ, ਥੋੜਾ ਉੱਪਰੋਂ ਥੋੜਾ ਨੀਚਿਓਂ, ਉਦੋਂ ਸਾਨੂੰ ਸਾਹਮਣੇ ਇੱਕ ਸ਼ੀਸ਼ੇ ਵਰਗੀ, ਇੱਕ ਪਾਣੀ ਵਰਗੀ ਲੇਅਰ ਬਣ ਗਈ ਨਾ। ਬਸ ਇਹੀ ਲੇਅਰ ਗੁਰਮੁਖ ਪਿਆਰਿਓ ਮਾਲਕ ਹੈ, ਇੱਕ ਦਿਨ ਇਹ ਪ੍ਰਕਾਸ਼ ਵਿੱਚ ਬਦਲੇਗੀ, ਕਿਉਂਕਿ ਮਾਲਕ ਜੋ ਨਿਰਗੁਣ ਰੂਪ ਵਿੱਚ ਸਾਰੀ ਜਗ੍ਹਾ ਸਮਾਏ ਹੋਏ ਨੇ, ਕਣ ਕਣ ਵਿੱਚ, ਪੱਤੇ ਪੱਤੇ ਵਿੱਚ, ਬਸ ਇੱਥੇ ਸਾਹਮਣੇ ਬੈਠੇ ਨੇ ਮਾਲਕ, ਔਰ ਸਾਨੂੰ ਆਪਣੇ ਮੁਖ ਵਿੱਚੋਂ ਸਵਾਸਾਂ ਦੀ ਗਰਾਹੀ ਦੇ ਕੇ ਜਿੰਦਾ ਰੱਖ ਰਹੇ ਹੈ ਸਾਰੇ ਮਨਾਂ ਨੂੰ। ਬਸ ਇਸੇ ਪਿਤਾ ਨੂੰ ਆਵਾਜ਼ ਮਾਰਨੀ ਹੈ ਗੁਰਮੁਖ ਪਿਆਰਿਓ, ਸਾਡੇ ਮਨ ਨੇ ਜੋ ਵਿਛੋੜਾ ਪੈ ਗਿਆ ਨੇ ਜਨਮਾਂ ਦਾ, ਵਾਪਿਸ ਉੱਥੇ ਆਪਣੇ ਲਿਵ ਜੋੜਨੀ ਹੈ, ਮਾਲਕ ਦੇ ਦਰਸ਼ਨ ਕਰਨੇ ਹੈ ਸਾਹਮਣਿਓ, ਔਰ ਉੱਥੋਂ ਹੀ ਮਾਲਕ ਦੀ ਆਵਾਜ਼ ਵੀ ਸੁਣਨੀ ਹੈ, ਜਿਸ ਵਾਸਤੇ ਆਪਾਂ ਸਾਰੇ ਬੈਠੇ ਹਾਂ। ਅੱਖਾਂ ਨੂੰ ਕਲੋਜ਼ ਕਰਕੇ ਸਾਹਮਣੇ ਦੇਖਿਆ ਔਰ ਬੰਦ ਕਰ ਲਈਆਂ ਅੱਖਾਂ। ਇੱਥੇ ਹੀ ਗੁਰਮੁਖ ਪਿਆਰਿਓ, ਜਿੱਥੇ ਹੁਣ ਆਪਾਂ ਖੁੱਲੇ ਅੱਖਾਂ ਨਾਲ ਦੇਖਿਆ ਸੀ, ਇੱਥੇ ਹੀ ਦੇਖੀ ਜਾਣਾ ਸਾਹਮਣੇ। ਹੁਣ ਧਿਆਨ ਦੁਆਰਾ ਦੇਖਣਾ ਮਨ ਦੀ ਅੱਖ ਨਾਲ। ਜਿਹੜਾ ਮਨ ਫੁਰਨਿਆਂ 'ਚ ਦੌੜਾ ਫਿਰਦਾ ਸੀ, ਉਹਨੂੰ ਇੱਥੇ ਸਾਹਮਣੇ ਲੈ ਆਂਦਾ। ਕੁਝ ਸਕਿੰਟਾਂ ਲਈ ਨੇਤਰ ਬੰਦ ਕਰਕੇ ਸਾਹਮਣੇ ਏਰੀਏ ਨੂੰ ਫੀਲ ਕੀਤਾ। ਸਾਨੂੰ ਕੀ ਸਾਹਮਣੇ ਮਹਿਸੂਸ ਹੁੰਦਾ ਹੈ? ਹਨੇਰਾ, ਪ੍ਰਕਾਸ਼। ਉਸ ਨੂੰ ਦੇਖਦੇ ਹੋਏ ਸਿਮਰਨ ਕਰਨਾ ਹੁੰਦਾ ਹੈ, ਕਿਉਂਕਿ ਮਨ ਨੇ ਕੁਝ ਮਿੰਟਾਂ ਬਾਅਦ ਇੱਥੇ ਸਾਹਮਣੇ ਹੀ ਆਸਣ ਲਗਾ ਕੇ ਬੈਠਣਾ, ਇੱਥੋਂ ਹੀ ਨਾਮ ਨੂੰ ਸੁਣਨਾ, ਔਰ ਇੱਥੋਂ ਹੀ ਪਿਤਾ ਦੇ ਦਰਸ਼ਨ ਕਰਨੇ ਹੈ। ਤੇ ਸਰੀਰ ਨੂੰ ਤੇ ਭੁੱਲਣਾ ਸਿੱਖਣਾ ਹੈ ਗੁਰਮੁਖ ਪਿਆਰਿਓ, ਸਰੀਰ ਤੋਂ ਅਲੱਗ ਹੋ ਕੇ ਭਗਤੀ ਕਰਨੀ ਹੈ ਮਨ ਨੇ। ਪਹਿਲਾਂ ਆਪਾਂ ਅਲੱਗ ਹੋਣਾ ਹੀ ਸਿੱਖਣਾ, ਪੌਣ ਤੋਂ ਉੱਪਰ ਉੱਠਣਾ ਸਿੱਖਣਾ। ਬੜੇ ਹੀ ਪਿਆਰ ਨਾਲ ਸਰੀਰ ਨੂੰ ਢਿੱਲਾ ਛੱਡ ਕੇ ਵਾਹਿਗੁਰੂ ਗੁਰਮੰਤਰ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
वाह गुरु, 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 वाह
ਗੁਰੂ ਵਾਹਿਗੁਰੂ 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 ਵਾਹਿਗੁਰੂ। ਗੁਰਮੁਖ ਪਿਆਰਿਓ, ਸਾਰੇ ਗੁਰਮੁਖਾਂ ਨੇ ਬੋਲ ਕੇ ਅਭਿਆਸ ਕਰਦੇ ਹੋਏ ਆਪਣੀ ਧੁਨ ਦੇ ਵਿੱਚ ਧਿਆਨ ਲਗਾਉਣਾ, ਚੁੱਪ ਨਹੀਂ ਬੈਠਣਾ। ਇੱਥੇ ਮਾਲਕ ਅੱਗੇ ਮਨ ਨੇ ਪੁਕਾਰਾਂ ਕਰਨੀਆਂ ਨੇ, ਆਪਣੇ ਪਿਤਾ ਨੂੰ ਆਵਾਜ਼ਾਂ ਮਾਰਨੀਆਂ ਨੇ, ਕਿਉਂਕਿ ਮਨ ਜਿਹੜਾ ਇੱਥੇ ਤ੍ਰੈ ਗੁਣਾਂ ਦੇ ਵਿੱਚ ਮਾਇਆ ਦੇ ਦੇਸ਼ ਵਿੱਚ ਆ ਕੇ ਫਸ ਗਿਆ, ਇਹ ਜਦੋਂ ਕੂਕ ਪੁਕਾਰ ਕਰੇਗਾ, ਮਾਲਕ ਦੇ ਦਰ ਤੇ ਪਹੁੰਚੇਗੀ ਪੁਕਾਰ ਸਾਡੀ, ਫਿਰ ਮਾਲਕ ਆ ਕੇ ਆਪਣੇ ਸ਼ਬਦ ਦਾ ਨੇਜਾ ਕੱਢਣਗੇ ਔਰ ਸਾਨੂੰ ਅੱਗੇ ਲੈ ਕੇ ਜਾਣਗੇ ਸਾਡੀ ਸੁਰਤੀ ਨੂੰ। ਪਹਿਲਾਂ ਸੁਰਤੀ ਨੂੰ ਆਪਾਂ ਕੱਢ ਲਈਏ ਕਾਲ ਦੇ ਏਰੀਏ ਵਿੱਚੋਂ ਔਰ ਸੁਣ ਵਿੱਚ ਲੈ ਕੇ ਜਾਈਏ। ਉਹਦੇ ਵਾਸਤੇ ਪਿਤਾ ਅੱਗੇ ਪੁਕਾਰਾਂ ਕਰਨੀਆਂ ਨੇ, ਮਨ ਨੇ ਇਸ ਤਰ੍ਹਾਂ ਪਿਤਾ ਨੂੰ ਆਵਾਜ਼ਾਂ ਮਾਰਨੀਆਂ ਨੇ, ਮਨ ਹਾਜ਼ਰ ਹੋਵੇ ਸੁਣਨ ਤੇ। ਵਾਹ
गुरु वाह 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 गुरु ਸੁਰਤੀ ਨੂੰ ਉਸੇ ਤਰ੍ਹਾਂ ਕੰਨਾਂ ਵਿੱਚ ਰੱਖਣਾ ਔਰ ਸਵਾਸ ਵੀ ਰੋਕ ਲੈਣਾ ਉਨੀ ਦੇਰ ਵਾਹੇ ਬੋਲ ਕੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
ਵਾਹ। ਹਮ। ਵਾਹ। ਹਮ। ਗੁਰਮੁਖ ਪਿਆਰਿਓ, ਧਿਆਨ ਆਪਣਾ ਉਸੇ ਤਰ੍ਹਾਂ ਕੰਨਾਂ ਦੇ ਅੰਦਰ ਰੱਖਣਾ। ਸਵਾਸ ਨੂੰ ਵੀ ਰੋਕੀ ਜਾਣਾ ਤਾਂ ਕਿ ਕੋਈ ਫੁਰਨਾ ਨਾ ਆਵੇ। ਸਵਾਸ ਨੂੰ ਰੋਕ ਰੋਕ ਕੇ ਧਿਆਨ ਪੂਰਾ ਦੋਨਾਂ ਕੰਨਾਂ ਦੇ ਅੰਤਰਗਤ। ਸਰੀਰ ਦਾ ਰੋਲ ਖਤਮ ਹੋ ਗਿਆ ਹੁਣ, ਮਨ ਦਾ ਰੋਲ ਸ਼ੁਰੂ ਹੋ ਗਿਆ ਅੱਗੋਂ। ਮਨ ਨੇ ਸੁਰਤੀ ਰੂਪ ਹੋ ਕੇ ਸ਼ਬਦ ਨੂੰ ਪਕੜ ਕੇ ਅਨਹਦ ਸ਼ਬਦਾਂ ਨੂੰ ਅੱਗੇ ਵਧਣਾ, ਸੁਣਨ ਵੱਲ ਨੂੰ, ਥਿਰ ਕਰ ਵੱਲ ਨੂੰ। ਕੁਛ ਮਿੰਟਾਂ ਲਈ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਅੰਦਰੋਂ ਨਾਮ ਨੂੰ ਦ੍ਰਿੜ ਕਰਨਾ, ਕਿਉਂਕਿ ਇਹੀ ਅਸਲ ਕਮਾਈ ਹੈ ਸਾਡੀ ਮਨ ਲਈ। ਜਿੰਨੇ ਸਵਾਸ ਮਨ ਨੇ ਇਸ ਤਰ੍ਹਾਂ ਨਾਮ ਦੇ ਵਿੱਚ ਜੁੜ ਕੇ ਲਏ, ਉਹ ਸਾਰੇ ਸਵਾਸ ਆਪਣੇ ਸਫਲੇ ਹੋ ਗਏ, ਜਮਾ ਹੋ ਗਏ ਮਾਲਕ ਦੇ ਘਰ। ਬਸ ਇਸੇ ਲਈ ਇਹ ਸੁਭਾਗਾ ਸਮਾਂ ਹੈ ਸਾਡੇ ਲਈ। ਤੇ ਨਾਮ ਨੂੰ ਸੁਣਦੇ ਸੁਣਦੇ ਹੋਰ ਅੱਗੇ ਜਾਣਾ। ਕੁਛ ਮਿੰਟਾਂ ਲਈ ਨਾਮ ਨੂੰ ਦ੍ਰਿੜ ਕੀਤਾ, ਅਨਹਦ ਸ਼ਬਦਾਂ ਨੂੰ ਸੁਣਿਆ ਬੈਠ ਕੇ। ਇਸ ਸਮੇਂ ਸਰੀਰ ਆਪਣਾ ਬਿਲਕੁਲ ਭੁੱਲ ਗਿਆ, ਅਨਹਦ ਸ਼ਬਦਾਂ ਨੂੰ ਪਕੜਿਆ ਹੋਇਆ, ਤੇ ਮਨ ਅੱਗੇ ਸੁਣਨ ਵਿੱਚ ਸਮਾ ਗਿਆ, ਨੀਂਦ ਵਿੱਚ ਸੁਣਨ ਵਿੱਚ ਚਲਾ ਗਿਆ। ਜਿਨ੍ਹਾਂ ਗੁਰਮੁਖਾਂ ਨੂੰ ਅਨਹਦ ਸ਼ਬਦ ਸੁਣਦੇ ਸੁਣਦੇ ਖੁਮਾਰੀ ਚੜ੍ਹ ਗਈ, ਨੀਂਦ ਦੀ ਅਵਸਥਾ ਬਣ ਗਈ,
ਪਰ ਇੱਕ ਵਾਰ ਚੈੱਕ ਕਰ ਲੈਣਾ ਕਿ ਅੰਦਰੋਂ ਨਾਮ ਸੁਣ ਰਿਹਾ। ਉਹਨੂੰ ਸੁਣਦੇ ਸੁਣਦੇ ਗੁਰਮੁਖ ਪਿਆਰਿਓ ਸੁਣਨ ਚ ਜਾਣਾ ਹੁੰਦਾ। ਜੋ ਅਸਲ ਭਗਤੀ ਹੈ ਮਨ ਦੀ, ਜੋ ਅਸਲ ਪ੍ਰੈਕਟੀਕਲ ਦਾ ਮਾਰਗ ਹੈ, ਉਹ ਇਹੀ ਹੈ। ਨਾਮ ਦੇ ਵਿੱਚ ਸਮਾਣਾ ਸਿੱਖ ਰਹੇ ਹਾਂ ਆਪਾਂ, ਸ਼ਬਦ ਦੁਆਰਾ ਮਰਨਾ ਸਿੱਖ ਰਹੇ ਹਾਂ। ਸਾਡਾ ਮਨ ਅਨਹਦ ਸ਼ਬਦ ਨੂੰ ਸੁਣਦੇ ਸੁਣਦੇ ਅੱਗੋਂ ਸੁਣਨ ਚ ਜਾ ਕੇ ਆਪਾਂ ਸਮਰਪਿਤ ਕਰ ਦਿੱਤਾ ਪਿਤਾ ਅੱਗੇ। ਸਰੀਰ ਭੁੱਲ ਗਿਆ, ਮਨ ਥਿਰ ਘਰ ਵਿੱਚ ਸੁਣਨ ਵਿੱਚ ਸਮਾ ਗਿਆ। ਜਿਨ੍ਹਾਂ ਗੁਰਮੁਖਾਂ ਨੂੰ ਅਨਹਦ ਸ਼ਬਦ ਸੁਣਦੇ ਸੁਣਦੇ ਨੀਂਦ ਦੀ ਅਵਸਥਾ ਖੁਮਾਰੀ ਚੜ੍ਹਦੀ ਹੈ, ਨੀਂਦ ਵਿੱਚ ਚਲੇ ਜਾਣਾ ਹੁੰਦਾ ਗੁਰਮੁਖ ਪਿਆਰਿਓ ਕੁਛ ਦੇਰ ਲਈ। ਉਹ ਨੀਂਦ ਚਾਹੇ ਕੁਛ ਮਿੰਟਾਂ ਦੀ ਹੋਵੇ ਜਾਂ ਕੁਛ ਸਕਿੰਟਾਂ ਦੀ, ਉਦੋਂ ਸਾਡਾ ਮਨ ਆਪਣੇ ਘਰ ਚਲਾ ਜਾਂਦਾ ਹੈ। ਉਦੋਂ ਸਾਡੇ ਮਨ ਦਾ ਕਨੈਕਸ਼ਨ ਮਾਇਆ ਨਾਲੋਂ ਕੱਟਿਆ ਗਿਆ। ਜਿਹੜੀ ਲਿਵ ਹੈ ਉਹ ਨਾਮ ਨਾਲ ਜੋੜਨੀ ਸੀ, ਤੇ ਨਾਮ ਨੂੰ ਸੁਣਦੇ ਸੁਣਦੇ ਨਾਮ ਦੇ ਵਿੱਚ ਸਮਾ ਕੇ ਹੀ ਆਪਣੇ ਪਿਤਾ ਨੂੰ ਮਿਲਿਆ ਜਾ ਸਕਦਾ ਹੈ। ਇਹੀ ਤਰੀਕਾ ਹੈ ਗੁਰਮੁਖ ਪਿਆਰਿਓ, ਆਪਣੇ ਘਰ ਨੂੰ ਜਿਹੜਾ ਰਸਤਾ ਜਾਂਦਾ ਹੈ, ਥਿਰ ਘਰ ਨੂੰ, ਦਸਮ ਦੁਆਰ ਨੂੰ, ਉਹ ਇਹੀ ਰਸਤਾ ਹੈ। ਸ਼ਬਦ ਦੁਆਰਾ ਅੱਗੇ ਜਾਣਾ। ਸਾਡੇ ਮਨ ਨੇ ਸੁਰਤੀ ਰੂਪ ਹੋ ਕੇ ਜਾਣਾ। ਜਦੋਂ ਸ਼ਬਦ ਤੇ ਸੁਰਤ ਦਾ ਮੇਲ ਹੋ ਗਿਆ, ਇਹਨਾਂ ਸ਼ਬਦ ਨੂੰ ਪਰਪੱਕ ਕਰ ਲੈਣਾ, ਇੱਕ ਸਮੇਂ ਤੇ ਜਾ ਕੇ ਮਨ ਸ਼ਬਦ ਦਾ ਹੀ ਰੂਪ ਹੋ ਜਾਵੇ। ਸ਼ਬਦ ਰੂਪ ਹੋਏਗਾ ਤੇ ਅੱਗੇ ਜਾਏਗਾ ਗੁਰਮੁਖ ਪਿਆਰਿਓ ਸਾਡਾ ਮਨ। ਜਿਵੇਂ ਹੁਣ ਇਸ ਸਮੇਂ ਬੈਠੇ ਹਾਂ ਆਪਾਂ, ਕੋਈ ਫੁਰਨਾ ਨਹੀਂ ਆ ਰਿਹਾ। ਅਗਰ ਕੋਈ ਫੁਰਨਾ ਆ ਵੀ ਰਿਹਾ ਹੈ ਤੇ ਇਸ ਲਈ ਆਪਾਂ ਆਪਣੇ ਸਵਾਸ ਨੂੰ ਰੋਕ ਰੋਕ ਕੇ ਮਨ ਨੂੰ ਪੂਰੀ ਤਰ੍ਹਾਂ ਕਾਲ ਦੇ ਏਰੀਏ ਚੋਂ ਕੱਢ ਲੈਣਾ, ਔਰ ਸ਼ਬਦ ਦੇ ਏਰੀਏ ਵਿੱਚ ਲੈ ਕੇ ਜਾਣਾ, ਸੁਣਨ ਵਿੱਚ। ਜਿਸ ਨੂੰ ਬੁੱਲੇ ਸ਼ਾਹ ਜੀ ਫੁਰਮਾਨ ਕਰਦੇ ਨੇ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਣਾ। ਹੁਣ ਉਹ ਰਮਜ਼ ਛੱਡ ਗਏ ਸੀ ਇਸ ਗੱਲ ਦੀ। ਹੁਣ ਕਿਹਨੂੰ ਪੁੱਟਣਾ, ਕਿੱਧਰੋਂ ਪੁੱਟਣਾ ਤੇ ਕਿੱਧਰ ਲਾਣਾ ਨਹੀਂ ਪਤਾ ਲੱਗਿਆ ਸੀ। ਹੁਣ ਜੋ ਗੁਰਮੁਖ ਪਿਆਰੇ ਮਿਲੇ, ਉਹਨਾਂ ਨੇ ਦੱਸਿਆ, ਆਪਣੇ ਮਨ ਨੂੰ ਕਾਲ ਦੇ ਏਰੀਏ ਵਿੱਚੋਂ ਪੁੱਟ ਕੇ ਅਕਾਲ ਦੇ ਏਰੀਏ 'ਚ ਲੈ ਕੇ ਜਾਣਾ। ਤੇ ਹੁਣ ਆਪਾਂ ਉਹੀ ਕਰ ਰਹੇ ਹਾਂ। ਔਰ ਉੱਥੇ ਸਰੀਰ ਨੇ ਨਹੀਂ ਜਾਣਾ, ਸਾਡੇ ਮਨ ਨੇ ਸੁਰਤੀ ਰੂਪ ਹੋ ਕੇ ਜਾਣਾ ਹੈ। ਜਿਹੜੀ ਸੁਰਤ ਇੱਥੇ ਜੰਜਾਲ ਵਿੱਚ ਫਸੀ ਹੋਈ ਸੀ, ਵਿਚਾਰਾ ਫੁਰਨਿਆਂ ਦੀ ਮੈਲ ਦੇ ਵਿੱਚ ਮੈਲੀ ਹੋ ਗਈ ਸੀ, ਉਹ ਸੁਰਤੀ ਸੁਣਨ 'ਚ ਜਾ ਕੇ ਜਦੋਂ ਸ਼ਬਦ ਦੁਆਰਾ ਇਸ਼ਨਾਨ ਹੋਏਗਾ, ਉਹਦਾ ਸ਼ਬਦ ਨੂੰ ਸੁਣੇਗਾ ਮਨ ਤੇ ਇਸ਼ਨਾਨ ਹੋ ਰਿਹਾ ਮਨ ਦਾ। ਜੋ ਪਿਤਾ ਸਾਨੂੰ ਰੋਜ਼ ਹੁਕਮ ਕਰ ਰਿਹਾ, ਗੁਰ ਸਤਿਗੁਰ ਕਾ ਜੋ ਸਿੱਖ ਕਹਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਅੰਮ੍ਰਿਤਸਰ ਸਰੋਵਰ ਤੇ ਕਦੋਂ ਮਨ ਸਾਡਾ ਜਾਂਦਾ ਹੈ, ਜਦੋਂ ਨਾਮ ਨੂੰ ਸੁਣ ਰਿਹਾ ਹੁੰਦਾ ਹੈ। ਤੇ ਉਹ ਸਾਰਾ ਕੁਛ ਸਾਡੇ ਅੰਦਰ ਹੈ ਗੁਰਮੁਖ ਪਿਆਰਿਓ। ਜੋ ਦ੍ਰਿਸ਼ਟਮਾਨ ਹਰਿਮੰਦਰ ਸਾਹਿਬ ਬਣਾਇਆ ਅੰਮ੍ਰਿਤਸਰ,
ਉਹ ਸਾਡੀ ਅੰਦਰੋਂ ਕਾਇਆ ਨੂੰ ਦੇਖ ਕੇ ਗੁਰੂ ਸਾਹਿਬ ਨੇ ਬਣਾਇਆ। ਸਾਡੇ ਅੰਦਰ ਹੈ ਹਰਿਮੰਦਰ। ਇਹ ਵੀ ਗੁਰਬਾਣੀ ਗੁਰੂ ਦੱਸ ਰਹੇ, ਆਪਣੇ ਕੋਲੋਂ ਨਹੀਂ ਗੱਲਾਂ ਬਣਾਉਣੀਆਂ। ਗੁਰੂ ਸਾਹਿਬ ਕੀ ਦੱਸ ਰਹੇ ਨੇ? ਹਰਿਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਹਰਿਮੰਦਰ ਮੈਂ ਹਰ ਵਸੈ, ਸਰਬ ਨਿਰੰਤਰ ਸੋਏ। ਇਸੇ ਹਰੀ ਦੇ ਮੰਦਰ ਦੇ ਵਿੱਚ ਹਰੀ ਆਪ ਬੈਠੇ ਹੋਏ ਨੇ, ਵਸ ਰਹੇ ਨੇ। ਕਿਸ ਰੂਪ ਵਿੱਚ? ਨਾਮ ਰੂਪ ਵਿੱਚ, ਪ੍ਰਕਾਸ਼ ਰੂਪ ਵਿੱਚ। ਉਹਨਾਂ ਤੱਕ ਪਹੁੰਚਣ ਵਾਸਤੇ ਜੋ ਰਸਤਾ ਹੈ ਉਹ ਸ਼ਬਦ ਹੀ ਹੈ। ਸ਼ਬਦ ਦਾ ਸਹਾਰਾ ਲੈ ਕੇ, ਸ਼ਬਦ ਦਾ ਜੋ ਵਾਹਨ ਹੈ, ਜੋ ਕਨਵੇਂਸ ਹੈ, ਇਹਦੇ ਤੇ ਚੜ੍ਹ ਕੇ ਜਾਣਾ ਹੈ, ਸ਼ਬਦ ਤੇ। ਸਾਡੇ ਮਨ ਨੇ, ਕਿਉਂਕਿ ਮਨ ਵੀ ਸੂਖਮ, ਸ਼ਬਦ ਵੀ ਸੂਖਮ, ਔਰ ਮਨ ਦਾ ਮਾਤਾ ਪਿਤਾ ਵੀ ਸੂਖਮ। ਸਾਰਾ ਖੇਡ ਅਦਿੱਖ ਦਾ ਹੈ ਗੁਰਮੁਖ ਪਿਆਰੂ, ਸੂਖਮ ਖੇਡ ਹੈ। ਜਦੋਂ ਮਨ ਅੰਦਰੋਂ ਨਾਮ ਨੂੰ ਦ੍ਰਿੜ ਕਰੇਗਾ ਬੈਠ ਕੇ ਸਿਮਰਨ ਕਰਨ ਤੋਂ ਬਾਅਦ, ਉਦੋਂ ਮਨ ਅੰਮ੍ਰਿਤਸਰ ਸਰੋਵਰ ਤੇ ਇਸ਼ਨਾਨ ਕਰ ਰਿਹਾ ਹੁੰਦਾ ਅੰਦਰੋਂ, ਜਿਸ ਨੂੰ ਗੁਰਬਾਣੀ ਗੁਰੂ ਦੱਸ ਰਹੇ ਨੇ, ਅੰਤਰਗਤ ਤੀਰਥ ਮਲ ਨਾਓ। ਉਹ ਤੀਰਥ ਸਾਡੇ ਅੰਦਰ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਗੁਰੂ ਸਾਹਿਬ ਕਿੰਨਾ ਕਲੀਅਰ ਕਰਕੇ ਦੱਸ ਰਹੇ ਨੇ, ਨਾਮ ਹੈ ਉਹ ਤੀਰਥ ਮਨ ਵਾਸਤੇ। ਬਾਹਰਲੇ ਤੀਰਥ ਤੇ ਇਸ਼ਨਾਨ ਕੀਤਿਆਂ ਸਿਰਫ ਸਾਡਾ ਤਨ ਸੁੱਚਾ ਹੁੰਦਾ ਹੈ, ਮਨ ਦਾ ਨਹੀਂ ਇਸ਼ਨਾਨ ਹੁੰਦਾ ਉੱਥੇ। ਭਾਵੇਂ ਸਾਰੀ ਜ਼ਿੰਦਗੀ ਲੱਗੇ ਰਹੀਏ ਗੁਰਮੁਖ ਪਿਆਰਿਓ, ਫਿਰ ਤਾਂ ਗੁਰਬਾਣੀ ਗੁਰੂ ਇਹ ਵੀ ਦੱਸ ਰਹੇ ਨੇ ਨਾ ਕਿ ਜਿਹੜੀਆਂ ਡੱਡੀਆਂ ਮੱਛੀਆਂ, ਜਿਹੜੇ ਡੱਡੂ ਰਹਿੰਦੇ ਨੇ ਪਾਣੀ ਦੇ ਅੰਦਰ, ਫਿਰ ਤਾਂ ਉਹਨਾਂ ਨੇ ਬੜੀ ਜਲਦੀ ਮਾਲਕ ਨੂੰ ਮਿਲ ਲੈਣਾ ਸੀ ਜੇ ਤਨ ਧੋਣ ਨਾਲ ਮਿਲਾਪ ਹੁੰਦਾ। ਜਿਹੜੇ ਗੁਰਮੁਖ ਬੱਚੇ ਨੇ, ਜਿਹੜੇ ਗੁਰੂ ਦੇ ਸਿੱਖ ਨੇ, ਉਹਨਾਂ ਨੇ ਮਨ ਦਾ ਇਸ਼ਨਾਨ ਇਸ ਤਰ੍ਹਾਂ ਕਰਵਾਉਣਾ, ਰੋਜ਼ ਨਿਤ ਕਰਵਾਉਣਾ। ਕਹਿੰਦੇ ਸਵੇਰੇ ਉੱਠ ਕੇ, ਗੁਰ ਸਤਿਗੁਰ ਕਾ ਜੋ ਸਿੱਖ ਕਹਾਏ, ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ। ਤੇ ਉਦਮ ਕਿਹੜਾ ਕਰਨਾ? ਉਦਮ ਕਰੇ ਭਲ ਕੇ ਪ੍ਰਭਾਤੀ। ਪ੍ਰਭਾਤੀ ਕਿਹਨੂੰ ਕਿਹਾ? ਅੰਮ੍ਰਿਤ ਵੇਲੇ ਨੂੰ, ਸੁਬਾਹ ਨੂੰ। ਜਦੋਂ ਆਪਾਂ ਉੱਠੇ, ਸਾਡਾ ਮਨ ਸਰੀਰ ਦੇ ਨਾਲ ਜੁੜ ਗਿਆ, ਉੱਠਦਿਆਂ ਸਾਰ ਪਹਿਲਾ ਕਰਮ ਇਹੀ ਕਰਨਾ ਆਪਾਂ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਤੇ ਗੁਰੂ ਦਾ ਉਪਦੇਸ਼ ਕੀ ਹੈ ਸਾਡੇ ਵਾਸਤੇ? ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਬਿਖ ਪਾਪ ਦੋਖ ਲਹਿ ਜਾਵੈ। ਜਿਹੜੇ ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮ, ਉਹ ਕੱਟੇ ਜਾ ਸਕਦੇ ਇੱਥੇ ਬੈਠ ਕੇ। ਕਿਲ ਬਿਖ ਪਾਪ ਦੋਖ ਸਾਰੇ ਕੱਟੇ ਜਾਣੇ ਨੇ ਜਦੋਂ ਨਾਮ ਦੇ ਸਰੋਵਰ ਤੇ ਇਸ਼ਨਾਨ ਕਰਨਾ ਸਿੱਖ ਲਿਆ, ਅੰਤਰਗਤ ਉਤਰਨਾ ਸਿੱਖ ਲਿਆ। ਫਿਰ ਜਦੋਂ ਪੂਰੀ ਤਰ੍ਹਾਂ ਮਨ ਨਿਰਮਲ ਹੋ ਗਿਆ, ਨਾਮ ਦੇ ਨਾਲ, ਨਾਮ ਦੇ ਤੀਰਥ ਤੇ ਜਾ ਕੇ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਇਸ਼ਨਾਨ ਹੋ ਗਿਆ, ਤੇ ਉਦੋਂ ਮਨ ਜਾਗਿਆ। ਉਦੋਂ ਗੁਰਮੁਖ ਪਿਆਰਿਓ ਮਨ ਜਾਗਿਆ। ਪਹਿਲਾਂ ਤਾਂ ਸਿਰਫ ਆਪਾਂ ਤਨ ਨੂੰ ਜਗਾ ਲੈਂਦੇ ਹਾਂ, ਸਿਰਫ ਆਪਾਂ ਕਹਿੰਦੇ ਹਾਂ ਸੁਬਾਹ ਹੋ ਗਈ, ਸਾਨੂੰ ਜਾਗ ਆ ਗਈ ਔਰ ਅਸੀਂ ਘਰ ਆ ਗਏ, ਔਰ ਤ੍ਰੈ ਗੁਣਾਂ ਦਾ ਖੇਡ ਦਿਸਣਾ ਸ਼ੁਰੂ ਹੋ ਜਾਂਦਾ। ਆਪਣਾ ਸਰੀਰ ਦਿਸਦਾ ਸਭ ਤੋਂ ਪਹਿਲਾਂ, ਇਹਦੀ ਸਾਂਭ ਸੰਭਾਲ ਕਰਦੇ ਹਾਂ, ਸਾਫ ਸੁਥਰਾ ਕਰਦੇ ਹਾਂ,
ਪਰ ਮਨ ਦਾ ਇਸ਼ਨਾਨ ਨਹੀਂ ਕਰਨਾ ਆਇਆ ਸੀ। ਗੁਰੂ ਸਾਹਿਬ ਕਹਿੰਦੇ ਉੱਠਦਿਆਂ ਸਾਰ ਪਹਿਲਾਂ ਤੁਸੀਂ ਆਪਣੇ ਮਨ ਨੂੰ ਧੋਵੋ। ਅਗਰ ਉੱਠ ਕੇ ਇੱਧਰ ਉੱਧਰ ਕੁਛ ਕਰਨ ਲੱਗ ਗਏ ਕੰਮਕਾਰ ਤੇ ਧਿਆਨ ਆਪਣਾ ਬਿਖਰ ਜਾਣਾ ਤੇ ਫੁਰਨਿਆਂ ਵਿੱਚ ਚਲੇ ਜਾਣਾ। ਫਿਰ ਇਹਨੂੰ ਦੁਬਾਰਾ ਇਕਾਗਰ ਕਰਨ ਵਾਸਤੇ ਮਿਹਨਤ ਕਰਨੀ ਪਏਗੀ। ਜਦੋਂ ਉੱਠੇ, ਜਦੋਂ ਸਾਨੂੰ ਪਤਾ ਲੱਗਿਆ ਮਨ ਬੋਡੀ 'ਚ ਪ੍ਰਵੇਸ਼ ਹੋ ਗਿਆ, ਜਾਗ ਆ ਗਈ ਸਾਨੂੰ, ਉੱਠਦਿਆਂ ਸਾਰ ਪਹਿਲਾਂ ਕਰਮ ਇਹੀ ਕਰਨਾ, 2-4 ਮਿੰਟ ਲਈ ਜ਼ਰੂਰ ਅੰਦਰੋਂ, ਜਿਵੇਂ ਆਪਾਂ ਸੁਰਤੀ ਨੂੰ ਕੰਨਾਂ ਵਿੱਚ ਰੱਖਦੇ ਹਾਂ, ਇਸ ਤਰ੍ਹਾਂ ਲੇਟੇ ਲੇਟੇ ਹੀ, ਜਿਸ ਅਵਸਥਾ 'ਚ ਲੇਟੇ ਹੋਏ ਆ ਲੇਟੇ ਰਹਿਣਾ 1-2 ਮਿੰਟ ਹੋਰ, ਔਰ ਸੁਰਤੀ ਨੂੰ ਕੰਨਾਂ 'ਚ ਰੱਖਣਾ। ਅਨਹਦ ਸ਼ਬਦਾਂ ਨੂੰ ਸੁਣਦੇ ਹੋਏ ਮਾਲਕ ਨੂੰ ਫਤਿਹ ਬੁਲਾ ਕੇ ਸਾਹਮਣੇ ਫਿਰ ਆਪਾਂ ਉੱਠਣਾ ਹੁੰਦਾ। ਫਿਰ ਅੱਗੋਂ ਗੁਰੂ ਸਾਹਿਬ ਕੀ ਦੱਸਦੇ ਹੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਮਨ ਵਾਸਤੇ ਦਿਵਸ ਕਦੋਂ ਚੜ੍ਹਿਆ ਗੁਰਮੁਖ ਪਿਆਰਿਓ, ਜਦੋਂ ਮਨ ਜਾਗ ਗਿਆ। ਮਨ ਨੂੰ ਤਾਂ ਜਗਾਣਾ ਹੀ ਨਹੀਂ ਸਿੱਖਿਆ, ਤਨ ਨੂੰ ਰੋਜ਼ ਜਗਾ ਲੈਂਦੇ ਸੀ। ਰਾਤ ਪੈਂਦੀ ਸੀ, ਤਨ ਅਸੀਂ ਕਹਿੰਦੇ ਸੌਂ ਗਿਆ, ਕਿਉਂਕਿ ਮਨ ਦਾ ਤਾਂ ਸਾਨੂੰ ਭੇਦ ਹੀ ਨਹੀਂ ਸੀ ਪਹਿਲਾਂ ਕਿ ਮਨ ਨੂੰ ਕਿਵੇਂ ਜਗਾਇਆ ਜਾਣਾ। ਮਨ ਸੁੱਤਾ ਕਿੱਥੇ ਹੋਇਆ। ਰੋਜ਼ ਨਿਤਨੇਮ ਦੀ ਬਾਣੀ ਦੇ ਵਿੱਚ, ਆਨੰਦ ਸਾਹਿਬ ਜੀ ਦੀ ਬਾਣੀ 'ਚ ਪੜ੍ਹਿਆ, ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰੂ ਸਾਹਿਬ ਦੱਸਦੇ ਆ, 3 ਗੁਣਾਂ ਦੀ ਨੀਂਦ ਦੇ ਵਿੱਚ ਸਾਰਾ ਸੰਸਾਰ ਸੁੱਤਾ ਪਿਆ, ਤੇ ਸੁੱਤਿਆਂ ਹੀ ਇਹ ਸਾਰੀ ਜ਼ਿੰਦਗੀ ਰੂਪੀ ਰਾਤ ਨਿਕਲ ਗਈ, ਦਿਨ ਤਾਂ ਚੜ੍ਹਿਆ ਹੀ ਨਹੀਂ। ਮਾਲਕ ਨੇ ਜਿਹੜਾ ਦਿਵਸ ਤੇ ਰਾਤ ਦਾ ਖੇਡ ਬਣਾਇਆ, ਇਹਦੇ ਵਿੱਚ ਸਿਰਫ ਤਨ ਜਾਗਿਆ, ਤਨ ਸੌਂ ਗਿਆ, ਤਨ ਜਾਗਿਆ, ਰਾਤ ਹੋਈ, ਇਸ ਬੋਡੀ ਨੂੰ ਛੱਡ ਗਿਆ ਮਨ, ਸੁਬਾਹ ਹੋਈ, ਫਿਰ ਇਸ ਬੋਡੀ ਦੇ ਵਿੱਚ ਪ੍ਰਵੇਸ਼ ਹੋਇਆ, ਸਾਰਾ ਦਿਨ ਇੱਥੇ 3 ਗੁਣਾਂ ਦੀ ਮੈਲ ਇਕੱਠੀ ਕੀਤੀ, ਉਸੇ ਤਰ੍ਹਾਂ ਫਿਰ ਰਾਤ ਨੂੰ ਚਲਾ ਗਿਆ। ਮੈਲ ਉਤਾਰ ਕੇ ਜਾਣਾ ਸੀ, ਧੋ ਕੇ ਜਾਣਾ ਸੀ। ਮੈਲ ਦਾ ਪਤਾ ਹੋਏਗਾ, ਮਨ ਦਾ ਸਰੂਪ ਪਤਾ ਹੋਏਗਾ, ਮੇਰੇ ਦੁੱਖ ਦਾ ਕਾਰਨ ਕੀ ਹੈ, ਤਾਂ ਹੀ ਗੁਰਮੁਖ ਪਿਆਰਿਓ ਮਨ ਸੁਖੀ ਹੋਣਾ ਸੀ। ਜਦੋਂ ਸਾਡਾ ਮਨ ਪਹਿਲਾਂ ਰੋਗੀ ਹੁੰਦਾ ਹੈ, ਫਿਰ ਉਹ ਤਨ ਤੇ ਰੋਗ ਬਣ ਕੇ ਨਿਕਲਦੇ ਨੇ। ਜਿਹੜੇ ਇਹ ਤਨ ਨੂੰ ਰੋਗ ਲੱਗਦੇ ਨੇ, ਪਹਿਲਾਂ ਸਾਡਾ ਮਨ ਰੋਗੀ ਹੁੰਦਾ ਹੈ। ਤੇ ਫਿਰ ਗੁਰਬਾਣੀ ਗੁਰੂ ਦੱਸਦੇ ਹੈ, ਸਾਰੇ ਰੋਗਾਂ ਦਾ ਜੋ ਦਾਰੂ ਹੈ, ਔਖਦ ਹੈ ਜੋ ਦਵਾਈ, ਉਹ ਨਾਮ ਹੈ। ਸਰਬ ਰੋਗ ਕਾ ਔਖਦ ਨਾਮ। ਉਸ ਨਾਮ ਦੀ, ਉਸ ਸ਼ਬਦ ਦੀ ਕਮਾਈ ਕਰਨੀ ਪੈਣੀ ਹੈ, ਤਾਂ ਕਿ ਸਾਡਾ ਮਨ ਜਿਹੜਾ ਹੈ ਅਰੋਗ ਹੋਵੇ, ਰੋਗਾਂ ਤੋਂ ਰਹਿਤ ਹੋਵੇ। ਤੇ ਰੋਗ ਕਿਹੜੇ ਲੱਗੇ ਆ? ਇਹ ਸੰਸੇ, ਫਿਕਰ, ਵਿਚਾਰ, ਫੁਰਨੇ, ਟੈਨਸ਼ਨਾਂ, ਇਹਨਾਂ ਤੋਂ ਉੱਪਰ ਉੱਠਣਾ ਹੈ। ਜਦੋਂ ਆਪਾਂ ਸੁਣਨ ਵਿੱਚ ਬੈਠੇ, ਸਿਮਰਨ ਕੀਤਾ, ਦ੍ਰਿੜ ਕੀਤਾ ਸਿਮਰਨ ਨੂੰ ਬਾਰ-ਬਾਰ, ਮਨ ਉੱਪਰ ਉੱਠ ਗਿਆ 3 ਗੁਣਾਂ ਤੋਂ, ਫੁਰਨਿਆਂ ਤੋਂ। ਕੋਈ ਸੁੱਖ ਦਾ ਫੁਰਨਾ ਨਹੀਂ, ਕੋਈ ਦੁੱਖ ਦਾ ਫੁਰਨਾ ਨਹੀਂ, ਕੋਈ ਪਰਿਵਾਰ ਨਹੀਂ, ਬੱਚੇ ਨਹੀਂ, ਕੁਛ ਨਹੀਂ ਯਾਦ। ਉਦੋਂ ਮਨ ਜਾਗਿਆ ਤੇ ਸ਼ਬਦ ਨੂੰ ਪਕੜਿਆ ਹੋਇਆ ਮਨ ਨੇ, ਜਦੋਂ ਅੰਦਰੋਂ ਪੂਰੀ ਤਰ੍ਹਾਂ ਅਨਹਦ ਸ਼ਬਦਾਂ ਦੀ, ਨਾਮ ਦੀ ਗੂੰਜ ਪੈ ਰਹੀ ਹੈ, ਉਸ ਗੂੰਜ ਦੇ ਵਿੱਚ ਮਨ ਪੂਰੀ ਤਰ੍ਹਾਂ ਸਾਇਲੈਂਟ ਹੋ ਕੇ ਬੈਠਾ ਹੋਇਆ, ਖੁਮਾਰੀ ਚੜ੍ਹੀ ਹੋਈ ਹੈ ਸ਼ਬਦ ਦੀ, ਨਾਮ ਦੀ। ਜਿਹੜੀ ਸਾਡੀ ਮੰਗ ਹੈ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਜਿਨ੍ਹਾਂ ਬੱਚਿਆਂ ਨੇ ਮਿਹਨਤ ਕੀਤੀ ਹੈ, ਖੋਜ ਕੀਤੀ ਹੈ ਅੰਦਰ ਦੀ, ਉਹਨਾਂ ਨੂੰ ਜ਼ਰੂਰ ਇਸ ਸਮੇਂ ਅੰਦਰੋਂ ਨਾਮ ਪ੍ਰਗਟ ਹੋਏਗਾ। ਬਸ ਉਸੇ ਨਾਮ ਦੀ ਹੀ ਗੁਰਮੁਖ ਪਿਆਰਿਓ ਕਮਾਈ ਕਰਨ ਆਇਆ ਸਾਡਾ ਮਨ ਇੱਥੇ।
ਜਿਹੜਾ ਧਨ ਇਕੱਠਾ ਕਰਨ ਆਇਆ ਨਾ, ਉਹ ਨਾਮ ਧਨ ਹੀ ਹੈ। ਤੇ ਨਾਮ ਦੀ ਹੁਣ ਸਾਨੂੰ ਬੜੇ ਬੱਚਿਆਂ ਨੂੰ ਮਾਲਕ ਨੇ ਪਹਿਚਾਣ ਕਰਵਾ ਦਿੱਤੀ ਹੈ। ਕਿਸ ਰੂਪ ਵਿੱਚ ਪਿਤਾ ਨੇ ਨਾਮ ਦੀ ਦਾਤ ਦੇਣੀ ਹੈ। ਇਹ ਅਨਹਦ ਸ਼ਬਦ, ਪੰਜ ਸ਼ਬਦ, ਸਹਿਜ ਧੁਨ, ਨਾਮ, ਸੱਚਾ ਸ਼ਬਦ, ਇਹ ਸਾਰੇ ਮਾਲਕ ਦੀ ਮੁਖ ਦੀ ਆਵਾਜ਼ ਹੈ, ਜਿਸ ਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਸਾਨੂੰ ਸਮਝਾਇਆ ਗਿਆ ਗੁਰਬਾਣੀ ਗੁਰੂ ਦੇ ਅੰਦਰ, ਕਿ ਕਿਸੇ ਨਾ ਕਿਸੇ ਤਰੀਕੇ ਸਾਡਾ ਮਨ ਸਮਝ ਜਾਵੇ, ਮੰਨ ਜਾਵੇ ਮਨ ਸਾਡਾ। ਸਾਡੇ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਸ਼ਬਦ ਦੀ ਕਮਾਈ ਕੀਤੀ, ਅੰਦਰ ਦੀ ਖੋਜ ਕੀਤੀ ਹੈ ਗੁਰਮੁਖ ਪਿਆਰਿਓ ਉਹਨਾਂ ਨੇ। ਇਹ ਜੋ ਗੁਰਬਾਣੀ ਗੁਰੂ ਲਿਖੇ ਗਏ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਰਾ ਉਹਨਾਂ ਦਾ ਪ੍ਰੈਕਟੀਕਲ ਜੀਵਨ ਹੀ ਤਾਂ ਲਿਖਿਆ ਹੋਇਆ, ਕਿ ਅਸੀਂ ਕਿਵੇਂ ਮਾਲਕ ਨੂੰ ਮਿਲੇ, ਕਿਵੇਂ ਮਿਲਾਪ ਹੋਇਆ ਸਾਡਾ। ਉਹ ਸਾਰਾ ਜੀਵਨ ਲਿਖਿਆ ਹੋਇਆ ਉਹਨਾਂ ਨੇ ਆਪਣਾ ਆਪਣਾ, ਕਿ ਸਾਨੂੰ ਰਸਤੇ ਵਿੱਚ ਕੀ ਕੀ ਰੁਕਾਵਟਾਂ ਆਈਆਂ, ਕਿੱਦਾਂ ਮਾਲਕ ਨਾਲ ਪਿਆਰ ਕੀਤਾ, ਕਿਵੇਂ ਮਾਲਕ ਆ ਕੇ ਮਿਲੇ ਸਾਨੂੰ। ਇਹ ਸਾਰਾ ਲਿਖਿਆ ਹੋਇਆ ਗੁਰਬਾਣੀ ਗੁਰੂ ਦੇ ਅੰਦਰ। ਪਰ ਅਸੀਂ ਸਿਰਫ ਹੁਣ ਤੱਕ ਪੜ੍ਹੀ ਜਾ ਰਹੇ ਸੀ, ਪਤਾ ਹੀ ਨਹੀਂ ਸੀ। ਪੜ੍ਹਿਆ, ਗੁਟਕਾ ਸਾਹਿਬ ਬੰਦ ਕਰਕੇ ਰੱਖ ਦਿੱਤਾ, ਅੱਗੋਂ ਪਤਾ ਹੀ ਨਹੀਂ ਸਾਰਾ ਦਿਨ ਕਿਵੇਂ ਵਿਚਰਨਾ ਸੰਸਾਰ ਦੇ ਵਿੱਚ। ਜੇ ਕੁਛ ਦੇਰ ਬੈਠ ਕੇ ਬਾਣੀ ਪੜ੍ਹੀ ਹੈ, ਮਨ ਸਹਿ ਸੁਭਾਏ ਇਕਾਗਰ ਹੋਇਆ ਏ, ਬੈਰਾਗ ਆਇਆ, ਅੰਦਰੋਂ ਤੜਪ ਪੈਦਾ ਹੋਈ ਮਿਲਾਪ ਦੀ, ਪਰ ਪ੍ਰੈਕਟੀਕਲ ਨਹੀਂ ਪਤਾ ਸੀ ਕਿਵੇਂ ਕਰਨਾ ਹੈ। ਮਨ ਨੂੰ ਕਿਵੇਂ ਤ੍ਰੈ ਗੁਣਾ ਤੋਂ ਉੱਪਰ ਚੱਕਣਾ, ਤ੍ਰੈ ਗੁਣਾ ਬਾਰੇ ਨਹੀਂ ਪਤਾ ਸੀ ਗੁਰਮੁਖ ਪਿਆਰਿਓ, ਕਿ ਇਹ ਤ੍ਰੈ ਗੁਣ ਹੀ ਸਾਡੀ ਮੈਲ ਹੈ, ਸਾਡੇ ਅੰਦਰ ਜੋ ਫੁਰਨੇ ਵਿਚਾਰ ਚੱਲੀ ਜਾ ਰਹੇ ਹੈ, ਇਹਨਾਂ ਤੋਂ ਉੱਪਰ ਕਿਵੇਂ ਉੱਠਿਆ ਜਾਵੇ। ਹੁਣ ਵੀ ਸੋਝੀ ਹੁੰਦਿਆਂ ਹੋਇਆਂ ਵੀ ਗੁਰਮੁਖ ਪਿਆਰਿਓ, ਕਈ ਵਾਰ ਕਾਲ ਇੰਨਾ ਜ਼ਬਰਦਸਤ ਘੇਰ ਲੈਂਦਾ ਸਾਨੂੰ ਸਾਰਿਆਂ ਨੂੰ, ਕਿ ਪਤਾ ਹੀ ਨਹੀਂ ਲੱਗਣ ਦਿੰਦਾ। ਕਿਉਂਕਿ ਕਾਲ ਦੀ ਵੀ ਬੜੀ ਸਖਤ ਡਿਊਟੀ ਲਗਾਈ ਹੈ ਮਾਲਕ ਨੇ, ਸਾਰੇ ਸੰਸਾਰ ਨੂੰ ਚੱਕਰ ਵਿੱਚ, ਭਰਮਾਂ ਵਿੱਚ ਪਾਇਆ ਹੋਇਆ। ਕਿੰਨੇ ਭਰਮ ਭੁਲੇਖੇ ਨੇ, ਮਾਲਕ ਨੂੰ ਕਿਵੇਂ ਮਿਲਿਆ ਜਾਏਗਾ। ਬੜਾ ਅਨੋਖਾ ਖੇਡ ਹੈ ਮਾਲਕ ਦਾ। ਜਿਨ੍ਹਾਂ ਬੱਚਿਆਂ ਤੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਦਿਆਲੂ ਹੁੰਦੇ ਨੇ ਨਾ, ਆਪ ਕਿਰਪਾ ਕਰਦੇ ਨੇ, ਉਹੀ ਬੱਚੇ ਇੱਥੇ ਸੱਚ ਦੀ ਸੰਗਤ ਵਿੱਚ ਬੈਠ ਕੇ ਆਪਣਾ ਮਨ ਸ਼ੁੱਧ ਕਰਨਗੇ। ਪਹਿਲਾਂ ਉੱਥੋਂ ਹੀ ਅਗਲੀ ਸ਼ੁਰੂਆਤ ਹੋਣੀ ਹੈ। ਪਹਿਲਾਂ ਸਾਨੂੰ ਆਪਣੇ ਵਿਚਾਰਾਂ ਨੂੰ ਰੋਕਣਾ ਆਵੇ। ਕਿਵੇਂ ਰੋਕਣਾ ਵਿਚਾਰਾਂ ਨੂੰ? ਕਿਵੇਂ ਮੈਲ ਧੋਤੀ ਜਾਏਗੀ? ਜਦੋਂ ਮਨ ਸਾਇਲੈਂਟ ਹੋ ਗਿਆ। ਸਿਮਰਨ ਕਰਨ ਤੋਂ ਬਾਅਦ ਵੀ ਜੇ ਸਾਨੂੰ ਕੋਈ ਫੁਰਨਾ ਵਿਚਾਰ ਬਾਰ-ਬਾਰ ਆਂਦਾ ਹੈ, ਕਾਲ ਨੇ ਗੁਰਮੁਖ ਪਿਆਰਿਓ ਆਪਣੀ ਸ਼ਰਾਰਤ ਕਰਨੀ ਹੁੰਦੀ ਹੈ। ਉਹਨੇ ਸਾਨੂੰ ਤ੍ਰੈਗੁਣਾ ਤੋਂ ਉੱਪਰ ਉੱਠੇ ਹੋਏ ਮਨ ਨੂੰ ਕਿਵੇਂ ਵਾਪਿਸ ਥੱਲੇ ਖਿੱਚਣਾ, ਤ੍ਰੈਗੁਣਾ ਵੱਲ ਫੁਰਨਾ ਪਾ ਕੇ ਹੀ ਸਾਡੀ ਸੁਰਤੀ ਨੂੰ ਥੱਲੇ ਲੈ ਕੇ ਆਣਾ। ਤੇ ਸਾਡਾ ਮਨ ਜੋ ਹੈ ਉਹ ਪਾਉਣ ਵਿੱਚ ਮਿਲ ਕੇ ਫੁਰਨੇ ਲੈਂਦਾ ਹੈ, ਕਿਉਂਕਿ ਇੱਧਰਲਾ ਜੋ ਤ੍ਰੈਗੁਣਾ ਦਾ ਗੁਰੂ ਹੈ ਉਹ ਪਵਨ ਗੁਰੂ ਹੈ। ਪਵਨ ਦੇ ਵਿੱਚ, ਪਾਉਣ ਦੇ ਵਿੱਚ ਮਿਲ ਕੇ ਸਾਡਾ ਮਨ ਫੁਰਨੇ ਲੈਂਦਾ, ਤੇ ਆਪਾਂ ਪਾਉਣ ਤੋਂ ਵੀ ਉੱਪਰ ਉੱਠਣਾ ਨਾ, ਪਾਉਣ ਦੇ ਏਰੀਏ ਨੂੰ ਛੱਡਣਾ। ਜਦੋਂ ਆਪਾਂ ਆਪਣਾ ਸਰੀਰ ਭੁੱਲ ਜਾਂਦੇ ਹਾਂ, ਪੂਰੀ ਤਰ੍ਹਾਂ ਮਨ ਖੁਮਾਰੀ ਵਿੱਚ ਚਲਾ ਗਿਆ, ਉਦੋਂ ਆਪਣਾ ਸਵਾਸ ਵੀ ਸਾਨੂੰ ਯਾਦ ਨਹੀਂ ਰਹਿੰਦਾ। ਇਸ ਬੋਡੀ ਵਿੱਚ ਤਾਂ ਸਵਾਸ ਚੱਲ ਰਹੇ ਹੁੰਦੇ ਆ ਗੁਰਮੁਖ ਪਿਆਰਿਓ, ਮਨ ਇਹਨਾਂ ਦੀ ਪਕੜ ਛੱਡ ਕੇ ਸੁੰਨ ਵਿੱਚ ਚਲਾ ਗਿਆ, ਪਵਨ ਗੁਰੂ ਨੂੰ ਛੱਡ ਗਿਆ,
ਇਧਰਲਾ ਜਿਹੜਾ ਤ੍ਰੈਗੁਣਾ ਦਾ ਗੁਰੂ ਹੈ ਪਵਨ ਗੁਰੂ ਹੈ। ਜਦੋਂ ਮਨ ਨੇ ਸੁੰਨ ਵਿੱਚ ਜਾਣਾ, ਉਧਰਲਾ ਜਿਹੜਾ ਗੁਰੂ ਹੈ ਉਹ ਹੈ ਸ਼ਬਦ ਗੁਰੂ। ਸ਼ਬਦ ਨੂੰ ਪਕੜ ਕੇ ਜਾਣਾ, ਮਨ ਨੇ ਸ਼ਬਦ ਦੀ ਪਾਵਰ ਲੈ ਕੇ ਜਾਣਾ। ਤੇ ਇਹ ਸਾਰੀ ਸ੍ਰਿਸ਼ਟੀ ਗੁਰਮੁਖ ਪਿਆਰਿਓ ਉਸ ਸ਼ਬਦ ਦੇ ਆਸਰੇ ਤੇ ਖੜੀ ਹੈ। ਉਹ ਇੱਕੋ ਇੱਕ ਰਸਤਾ ਹੈ, ਸ਼ਬਦ ਦਾ ਜੋ ਲਿਵ ਦਾ ਰਸਤਾ ਹੈ, ਉਹ ਜਾਂਦਾ ਸਿੱਧਾ ਥਿਰ ਘਰ ਨੂੰ, ਦਸਮ ਦੁਆਰ ਨੂੰ। ਜਿਵੇਂ ਆਪਾਂ ਇੱਥੋਂ ਕਿਧਰੇ ਦੂਰ ਸਫ਼ਰ ਤੇ ਜਾਣਾ ਹੋਵੇ, ਤਨ ਨੂੰ ਲੈ ਕੇ ਜਾਣਾ ਸਫ਼ਰ ਤੇ ਸਾਨੂੰ ਕੋਈ ਗੱਡੀ, ਟ੍ਰੇਨ ਜਾਂ ਬੱਸ ਚਾਹੀਦੀ ਹੈ ਨਾ ਸਫ਼ਰ ਕਰਨ ਵਾਸਤੇ, ਸਾਧਨ ਚਾਹੀਦਾ ਕੋਈ। ਇੱਧਰ ਜਾਣਾ ਸਾਡੇ ਮਨ ਨੇ ਆਪਣੇ ਘਰ ਨੂੰ, ਥਿਰ ਘਰ ਵੱਲ ਸੁੰਨ ਵਿੱਚ, ਤੇ ਉਹਨੂੰ ਕਿਹੜਾ ਵਾਹਨ ਚਾਹੀਦਾ ਗੁਰਮੁਖ ਪਿਆਰਿਓ, ਸਾਧਨ ਕਿਹੜਾ ਚਾਹੀਦਾ? ਉਹ ਸ਼ਬਦ ਤੇ ਸਵਾਰ ਹੋ ਕੇ ਜਾਏਗਾ, ਸਾਡਾ ਮਨ ਸੁਰਤੀ ਰੂਪ ਹੋ ਕੇ ਜਾਏਗਾ। ਬਸ ਉਸੇ ਸ਼ਬਦ ਨੂੰ ਬਾਰ-ਬਾਰ ਅੰਦਰੋਂ ਦ੍ਰਿੜ ਕਰਨਾ ਬੈਠ-ਬੈਠ ਕੇ। ਅਸਲ ਖੇਡ ਇਹ ਹੈ ਗੁਰਮੁਖ ਪਿਆਰਿਓ। ਜੇ ਆਪਣੇ ਆਪ ਸਮਝ ਨਹੀਂ ਆਉਂਦਾ ਤੇ ਹੁਣ ਆਪਾਂ ਸੰਗਤ ਵਿੱਚ ਬੈਠ ਕੇ ਹੀ ਲਾਹਾ ਲੈ ਸਕਦੇ ਹਾਂ। ਸਾਨੂੰ ਸ਼ੁਰੂਆਤ ਵਾਲੀਆਂ ਬਰੀਕੀਆਂ ਪਤਾ ਹੋਣੀਆਂ ਚਾਹੀਦੀਆਂ ਨੇ, ਮਨ ਨੂੰ ਸੁੰਨ ਵਿੱਚ ਲੈ ਕੇ ਕਿਵੇਂ ਜਾਣਾ ਹੈ। ਖੁਮਾਰੀ ਚੜ੍ਹ ਗਈ, ਸਰੀਰ ਭੁੱਲ ਗਿਆ, ਮੈਂ ਕਿੱਥੇ ਬੈਠਾ ਸੀ, ਕਿਵੇਂ ਬੈਠਾ ਸੀ, ਸਭ ਭੁੱਲ ਗਿਆ। ਜੇ ਆਪਾਂ ਚੌਂਕੜਾ ਮਾਰ ਕੇ ਬੈਠੇ ਹਾਂ, ਗਰਦਨ ਆਪਣੀ ਇੱਕ ਪਾਸੇ ਨੂੰ ਝੁਕ ਗਈ, ਸਰੀਰ ਨੂੰ ਭੁੱਲ ਗਿਆ, ਮਨ ਸੁੰਨ ਵਿੱਚ ਸਮਾ ਗਿਆ ਕੁਛ ਦੇਰ ਲਈ। ਇਸ ਨੂੰ ਗੁਰਬਾਣੀ ਗੁਰੂ ਫੁਰਮਾਨ ਕਰਦੇ ਇਸ ਅਵਸਥਾ ਬਾਰੇ ਕਿ ਆਪਾਂ ਸਮਰਪਿਤ ਕਰਨਾ ਆ ਜਾਏ ਸਾਨੂੰ, ਮਾਲਕ ਦੇ ਅੱਗੇ ਮਨ ਸਰੈਂਡਰ ਕਰ ਦੇ ਕਿ ਮੇਰੇ ਕੀਤਿਆਂ ਕੁਛ ਨਹੀਂ ਹੋ ਸਕਦਾ, ਤੁਸੀਂ ਅੱਗੋਂ ਆਪਣੀ ਭਗਤੀ ਕਰਵਾਓ, ਸ਼ਬਦ ਦੀ ਕਮਾਈ ਬਖਸ਼ੋ, ਮਨ ਸੁੰਨ ਵਿੱਚ ਸਮਾ ਜਾਵੇ। ਉਹਦੇ ਵਾਸਤੇ ਬੈਠ ਕੇ ਮਨ ਨੇ ਸਿਮਰਨ ਕਰਨ ਤੋਂ ਬਾਅਦ ਮਾਲਕ ਅੱਗੇ ਪੁਕਾਰਾਂ ਕਰਨੀਆਂ ਨੇ। ਤੇ ਸਿਮਰਨ ਕਰਨ ਤੋਂ ਬਾਅਦ ਜਦੋਂ ਜੇ ਅਨਹਦ ਸ਼ਬਦ ਪ੍ਰਗਟ ਨੇ, ਉਹਨਾਂ ਨੂੰ ਸੁਣਦੇ ਸੁਣਦੇ ਉਹਦੇ ਵਿੱਚ ਸਮਾ ਗਏ। ਇਸ ਬਾਰੇ ਗੁਰਬਾਣੀ ਗੁਰੂ ਦੱਸ ਰਹੇ ਨੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਆਪਾ ਸਮਰਪਿਤ ਕਰਨ ਦਾ ਮਤਲਬ ਹੈ ਮਨ ਸੁੰਨ ਵਿੱਚ ਸਮਾ ਗਿਆ। ਇਹ ਸਰੀਰ ਵੀ ਮੇਰਾ ਨਹੀਂ ਸੀ, ਤੁਹਾਡਾ ਦਿੱਤਾ ਹੋਇਆ ਸੀ। ਇਹ ਜੋ ਸਾਰਾ ਤ੍ਰੈ ਗੁਣਾ ਦਾ, ਤਨ ਦਾ ਜੋ ਮੈਨੂੰ ਸੁੱਖ ਸਹੂਲਤਾਂ ਤੁਸੀਂ ਦਿੱਤੀਆਂ ਸੀ, ਉਹ ਮੈਂ ਸਾਰੀਆਂ ਤੁਹਾਨੂੰ ਸਮਰਪਿਤ ਕਰ ਦਿੱਤੀਆਂ ਤੇ ਮੈਂ ਹੁਣ ਤੁਹਾਡੇ ਕੋਲ ਆ ਗਿਆ ਸ਼ਰਨ ਵਿੱਚ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਇਹ ਹੈ ਅਸਲ ਕੁੰਡੀ ਗੁਰਮੁਖ ਪਿਆਰਿਓ, ਆਪਾਂ ਸਮਰਪਿਤ ਕਰਨਾ ਆ ਜਾਵੇ ਸਾਨੂੰ ਪਿਤਾ ਦੇ ਅੱਗੇ। ਸੁੰਨ ਵਿੱਚ ਸਮਾਣਾ ਹੀ ਆਪਾਂ ਸਮਰਪਿਤ ਕਰਨਾ ਹੈ। ਫਿਰ ਪਿਤਾ ਦੇਖਦੇ ਨੇ ਕਿ ਇਹ ਬੱਚਾ ਹੁਣ ਹਰ ਰੋਜ਼ ਸ਼ਰਨ ਵਿੱਚ ਆਣਾ ਸਿੱਖ ਗਿਆ। ਫਿਰ ਅਗਲਾ ਰਸਤਾ ਮਾਲਕ ਦੀ ਡਿਊਟੀ ਹੈ ਗੁਰਮੁਖ ਪਿਆਰਿਓ, ਉਹਨਾਂ ਨੇ ਖੋਲਣਾ ਫਿਰ। ਸਾਡਾ ਉਦਮ ਕੀ ਹੈ, ਆਪਾਂ ਰੋਜ਼ ਵਾਹਿਗੁਰੂ ਗੁਰਮੰਤਰ ਸ਼ਬਦ ਦਾ ਅਭਿਆਸ ਗੁਰਮਤ ਅਨੁਸਾਰ ਜਦੋਂ ਕਰਾਂਗੇ, ਸ਼ਬਦ ਦੇ ਵਿੱਚ ਪੂਰੀ ਤਰ੍ਹਾਂ ਧਿਆਨ ਜੋੜ ਕੇ ਜਦੋਂ ਸਾਡਾ ਮਨ ਹਾਜ਼ਰ ਹੋ ਕੇ ਸੁਣੇਗਾ,
ਵਾਹਿਗੁਰੂ ਗੁਰਮੰਤਰ ਸ਼ਬਦ ਨੂੰ ਬਾਰ-ਬਾਰ, ਉਦੋਂ ਮਨ ਤ੍ਰੈ ਗੁਣਾ ਤੋਂ ਉੱਪਰ ਉੱਠੇਗਾ। ਸਾਡਾ ਸਿਰਫ ਇਹੀ ਉੱਦਮ ਹੈ ਕਿ ਮਨ ਨੂੰ ਥਿਰ ਘਰ ਵਿੱਚ ਬਿਠਾਣਾ, ਵਿਚਾਰਾਂ ਰਹਿਤ ਕਰਕੇ ਸੁੰਨ ਵਿੱਚ ਲੈ ਜਾਣਾ। ਔਰ ਜਿਵੇਂ ਜਿਵੇਂ ਅੱਗੋਂ ਸਾਡੀ ਅਵਸਥਾ ਹੈ, ਉਸ ਵਾਸਤੇ ਪਿਤਾ ਅੱਗੇ ਬੇਨਤੀਆਂ ਜੋਦੜੀਆਂ ਕਰਨੀਆਂ ਸੁੰਨ 'ਚ ਬੈਠ ਬੈਠ ਕੇ। ਅਗਰ ਤੇ ਨਾਮ ਪ੍ਰਗਟ ਹੈ ਤੇ ਨਾਮ ਨੂੰ ਸੁਣਨਾ ਬੈਠ ਕੇ, ਦ੍ਰਿੜ ਕਰਨਾ। ਅਗਰ ਹਲੇ ਅਨਹਦ ਸ਼ਬਦ ਜਿਨ੍ਹਾਂ ਬੱਚਿਆਂ ਦੇ ਅੰਦਰ ਪ੍ਰਗਟ ਨਹੀਂ, ਉਹਨਾਂ ਨੇ ਬੇਨਤੀਆਂ ਕਰਨੀਆਂ ਨੇ, ਉਹਨਾਂ ਨੇ ਸੁਰਤੀ ਨੂੰ ਕੰਨਾਂ ਵਿੱਚ ਰੱਖ ਕੇ ਕੁਛ ਦੇਰ ਲਈ ਅੰਦਰੋਂ ਨਾਮ ਨੂੰ ਸੁਣਨ ਦੀ ਕੋਸ਼ਿਸ਼ ਵੀ ਕਰਨੀ ਹੈ। ਔਰ ਨਾਲ ਨਾਲ ਪਿਤਾ ਅੱਗੇ ਬੇਨਤੀ ਜੋਦੜੀ ਕਿ ਸਾਡੇ ਤੁਸੀਂ ਅਗਲੇ ਰਸਤੇ ਖੋਲੋ। ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਇਸ ਜਨਮ 'ਚ ਆਪਣਾ ਮਿਲਾਪ ਬਖਸ਼ੋ। ਸੋ ਗੁਰਮੁਖ ਪਿਆਰਿਓ, ਇਤਨੀ ਹੀ ਸੇਵਾ ਪ੍ਰਵਾਨ ਕਰ ਲੈਣੀ ਜੀ। ਗੁਰਬਾਣੀ ਗੁਰੂ ਦੀ ਵਿਚਾਰ ਕਰਦਿਆਂ, ਸਿਮਰਨ ਅਭਿਆਸ ਕਰਦਿਆਂ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਗਲਤੀਆਂ, ਮਨ ਦੀਆਂ ਗੈਰ ਹਾਜ਼ਰੀਆਂ ਆਪ ਸੰਗਤ, ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣ ਯੋਗ ਹਨ। ਬਖਸ਼ ਦੇਣਾ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।